श्लोक पै पंजन अघ दुख नास, मन आराध हरे। संत संग जह हृद बस्यो, नानक ते न भ्रमे। पौड़ी पबा भरम मिटावो अपना, या संसार सगल है सुपना। परमेश्वर नर देवी देवा, परमै सिद्ध साधक ब्रह्मेवा। परम भरम मानुख डहकाए, दुत्र महा बिखम ए माए। गुरमुख परम पै मोह मिटाया, नानक ते परम सुख पाया। गुरमुख परम पै मोह मिटाया, नानक गुरमुख नानक ते परम सुख पाया। नानक ते परम सुख पाया। वाहिगुरु जी का खालसा, वाहिगुरु जी की फतेह। जुगो जुग अटल चवर छत्र तख्त दे मालक साहब सतगुरु श्री गुरु अर्जन देव पातशाह जी। अगला अक्सर पब्बा है। इस बाबन बाणी का पप्पे तो बाद फफा, कल असी बब्बे की गल की सी, अज पब्बे की गल की है। जे तुसी वेखो बब्बा ते पब्बा इस पंजाबी च तां निखारे जाते ने, हिंदी संस्कृत च तो किते बहा की आवाज़ ही आती है ज़्यादा। तां कोई भी उन्होंने जिवें असीं भाई कहने हो, भाई कहणगे, भाई नहीं कह सकते। पब्बे की जिहड़ी आवाज़ है, बहुत अक्षर पंजाबी दे जिहड़े ने वो दूजियां भाषावां च बोलने औखे हैं। साडी पंजाबी की अपनी एक विशेषता है, कुछ अक्षर है जने जिन्होंने दूजी भाषा वाले बोल ही नहीं सकते। राड़ा जिहड़ा शब्द है, इनू कोई भी दूजी भाषा विच नहीं लिखा जा सकता। जे लिखा भी जाए इंग्लिश वाले रारा ही कहणगे, ड़ा डा इस तरह की आवाज़ां आउंदियां ने। खैर इहदे विच पब्बा शब्द जिहड़ा गुरु ने सानू बख्शिश किया है, क्योंकि गुरु पातशाह जी हर शब्द विच असीं वेख रहे हैं रोज़, भावें उहदा परपज़ इक्को ही है, उस निरंकार वल नूं लिजाणा, पर तकनीक ते ढंग कोई यतन वो बखरा बखरा है। गुरु पातशाह जी सानू हर चीज़ नूं मेनटेन करन दे लई, मैनेज करन दे लई दसदे हैं। वैसे भी देखो जी अज दे युग दे विच जिवें असीं मैनेजमेंट शब्द वरतते हैं,
ਮੈਨੇਜ ਕਰਨਾ ਕਿਸੇ ਚੀਜ਼ ਨੂੰ, ਉਹਦੀ ਸੰਭਾਲ ਕਰਨੀ ਜਾਂ ਉਹਨੂੰ ਸਹੀ ਤਰੀਕੇ ਨਾਲ ਚਲਾਉਣਾ, ਮੈਨੇਜਮੈਂਟ ਜਿਹੜਾ ਸ਼ਬਦ ਹੈ, ਅਗਰ ਅਕੋਰਡਿੰਗ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਉਹਨੂੰ ਵੇਖੀਏ ਮੈਨੇਜ ਕਰਨ ਦੇ, ਇਹ ਗੁਰੂ ਪਾਤਸ਼ਾਹ ਸਾਨੂੰ ਬਹੁਤ ਕੁਝ ਮੈਨੇਜ ਕਰਾਉਂਦੇ ਨੇ ਵੀ ਤੂੰ ਇਹਨੂੰ ਸੰਭਾਲ। ਮੈਨੇਜ ਕਰਨਾ ਵੈਸੇ ਜੇ ਕਿ ਮੈਨੇਜ ਮੈਨ ਅੱਗੇ ਟੀ, ਇਹ ਟੀ ਦੇ ਬੜੇ ਅਰਥ ਕੀਤੇ ਨੇ। ਟੈਕਨੋਲੋਜੀ ਵੀ ਹੈ, ਟੀ ਫॉर ਟੀ ਵੀ ਹੈ, ਜਿਹਦੇ ਵਿੱਚ ਮਨੁੱਖੀ ਜੇ ਕਹਿ ਸਕਦੇ ਹਾਂ ਮਨੁੱਖ ਨੂੰ ਜਾਂ ਮਨੁੱਖ ਦੇ ਵਰਤਾਰੇ ਨੂੰ ਕਿਵੇਂ ਮੈਨੇਜ ਕਰਨਾ ਹੈ। ਮੈਨੇਜ ਕਰਨਾ ਮੈਨੇਜਮੈਂਟ ਹੈ ਇੱਕ ਸਪੈਸ਼ਲ, ਤੁਸੀਂ ਦੇਖਦੇ ਹੋ ਇਹਦੇ 'ਤੇ ਲੋਕ ਡਿਗਰੀਜ਼ ਕਰਦੇ ਨੇ ਵੀ ਮੈਨੇਜਮੈਂਟ ਦਾ ਕਿਵੇਂ ਸਿਸਟਮ ਚਲਾਇਆ ਜਾਏ। ਪਰ ਜੇ ਦੇਖੋ ਤੁਸੀਂ ਬੜੇ ਸਹਿਜ ਦੇ ਵਿੱਚ ਹੀ ਧਿਆਨ ਮਾਰ ਕੇ ਦੇਖੋ, ਹਰ ਚੀਜ਼ ਨੂੰ ਬੰਦਾ ਮੈਨੇਜ ਕਰਨ ਲੱਗਿਆ ਹੁੰਦਾ ਹੈ, ਘਰ ਤੋਂ ਲੈ ਕੇ, ਆਪਣੇ ਆਪ ਤੋਂ ਲੈ ਕੇ, ਆਪਣੇ ਆਪ ਨੂੰ, ਫਿਰ ਆਪਣੇ ਪਰਿਵਾਰ ਨੂੰ, ਫਿਰ ਸੰਸਾਰ ਦੀ ਜਿਸ ਗੱਲ ਕਰ ਲਈਏ ਮੁਹੱਲੇ ਨੂੰ, ਸ਼ਹਿਰ ਨੂੰ, ਮੈਨੇਜ 'ਤੇ ਹੈ ਸਾਰਾ ਕੁਝ। ਫਿਰ ਈਵਨ ਸਾਡਾ ਜਿਹੜਾ ਜੇ ਅਸੀਂ ਹੋਰ ਡੀਪਲੀ ਦੇਖੀਏ ਨਾ, ਹੋਰ ਡੀਪਲੀ ਅਸੀਂ ਦੇਖੀਏ ਇਹ ਜਿਹੜਾ ਅਸੀਂ ਜਿਵੇਂ ਕਹਿ ਸਕਦੇ ਹਾਂ ਵੀ ਉਸ ਵਰਲਡ ਲੈਵਲ 'ਤੇ ਜਿਹੜਾ ਮੈਨੇਜ ਹੈ ਨਾ, ਮੈਨੇਜਮੈਂਟ ਜਿਹੜੀ ਸ਼ਬਦ ਹੈ ਇਸੇ ਕਰਕੇ ਆ, ਮੈਨੇਜ ਹੀ ਕਰਨਾ ਹੁੰਦਾ। ਜਿਹੜੀ ਮੈਂ ਗੱਲ ਕਰਦਾ ਇਹ ਵੀ ਮੈਨੇਜ ਹੀ ਹੈ, ਬਾਹਰੋਂ ਆਵਾਜ਼ ਆਉਂਦੀ ਹੈ ਆਪਣੇ ਆਪ ਨੂੰ ਅੰਦਰਲੇ ਸਿਸਟਮ ਨੂੰ ਮੈਨੇਜ ਕਰਨਾ ਹਰ ਚੀਜ਼ 'ਤੇ। ਹਾਂ, ਕਿਉਂਕਿ ਹੁਣ ਜਿਉਂ-ਜਿਉਂ ਸਾਡਾ ਸਮਾਂ ਬਦਲ ਜਾਣਾ, ਅਸੀਂ ਇਹ ਪਹਿਲਾਂ ਮੈਨੇਜ ਕਰਦੇ ਸੀ ਵੀ ਕਿਸੇ ਪਾਸਿਓਂ ਹਵਾ ਆਉਣੀ ਨਹੀਂ ਚਾਹੀਦੀ, ਠੰਡ ਲੱਗਦੀ ਹੈ। ਹੁਣ ਜਿਉਂ-ਜਿਉਂ ਗਰਮੀ ਲੱਗੂ ਵੀ ਹਵਾ ਕਿਸੇ ਪਾਸੇ ਰੁਕਣੀ ਨਹੀਂ ਚਾਹੀਦੀ, ਫਿਰ ਆਉਣੀ ਚਾਹੀਦੀ ਹੈ। ਮੈਨੇਜ ਹੀ ਕਰਦੇ ਹਾਂ ਬਾਡੀ ਨੂੰ, ਮੈਂ ਜਿਹੜੀ ਗੱਲ ਕਰਦੇ ਹਾਂ ਹਰ ਚੀਜ਼ ਨੂੰ ਬੰਦਾ ਮੈਨੇਜ ਕਰਦਾ ਹੈ। ਸਾਡੇ ਸਰੀਰਕ ਤਲ ਦੇ ਉੱਪਰ ਮਤਲਬ ਗੁਰੂ ਪਾਤਸ਼ਾਹ ਰੋਜ਼ ਸਾਨੂੰ ਕੁਝ ਸ਼ਬਦ ਦਿੰਦੇ ਨੇ ਜਿਹੜੇ ਨਾਲ ਅਸੀਂ ਆਪਣੇ ਆਪ ਨੂੰ ਮੈਨੇਜ ਕਰੀਏ, ਵੀ ਇੱਕ ਖਾਸ ਸਿਸਟਮ 'ਚ ਲੈ ਕੇ ਆਈਏ। ਮਤਲਬ ਹੁੰਦਾ ਮੈਨੇਜਮੈਂਟ ਦਾ ਸ਼ਬਦ ਕੀ ਹੁੰਦਾ, ਜਿਹੜਾ ਅਸੀਂ ਕਹਿੰਦੇ ਮੈਨੇਜਰ ਸ਼ਬਦ ਵਰਤਿਆ ਜਾਂਦਾ ਸੀਗਾ, ਉਹ ਕੀ ਕਰਦਾ, ਉਹ ਸਾਰਿਆਂ ਤੋਂ ਕਿਵੇਂ ਕੰਮ ਕਰਾਉਣਾ, ਮੈਨੇਜ ਕਰਨਾ ਵੀ ਆਹ ਕੰਮ ਸਹੀ ਹੋਣਾ ਚਾਹੀਦਾ। ਮੈਨੇਜਮੈਂਟ ਬਣੀਆਂ ਨੇ ਬੜੀਆਂ ਬੜੀਆਂ ਆਰਗੇਨਾਈਜੇਸ਼ਨ ਦੇ ਮੈਨੇਜਮੈਂਟ ਬਣੀਆਂ ਨੇ, ਜਿੱਥੇ ਕਿਤੇ ਉਹਨਾਂ ਦੇ ਮੀਟਿੰਗਾਂ ਦੇ ਭਾਵੇਂ ਪਾਰਲੀਮੈਂਟ ਦੀ ਗੱਲ ਵੀ ਹੋਵੇ, ਉਹਦੇ 'ਚ ਵੀ ਕੋਈ ਉਹਦਾ ਸਪੀਕਰ ਜਿਹੜਾ ਸਪੈਸ਼ਲ ਆ ਉਹਦੀ ਮੈਨੇਜ ਕਰਨ ਵਾਲਾ, ਉਹਨੂੰ ਵੀ ਇਹ ਕੰਮ ਸਾਰਾ ਕਿਵੇਂ ਚੱਲੇ। ਇਸੇ ਤਰ੍ਹਾਂ ਵਰਲਡ ਨੂੰ ਨਿਰੰਕਾਰ ਨੇ ਵੀ ਮੈਨੇਜ ਕੀਤਾ ਹੋਇਆ ਹੈ, ਸੰਸਾਰ ਨੂੰ। ਬੰਦਾ ਮਤਲਬ ਇਹ ਕਹਿੰਦਾ ਗਾ ਵੀ ਜਿਹੜਾ ਅਸੀਂ ਆਪਣੇ ਆਪੇ ਦੇ ਉੱਤੇ ਕਿਵੇਂ ਆਪਣੇ ਆਪੇ ਨੂੰ, ਮਾਈਂਡ ਨੂੰ ਕਿਵੇਂ ਮੈਨੇਜ ਕਰਨਾ ਹੈ, ਜੀਵਨ ਜਾਚ ਨੂੰ ਕਿਵੇਂ ਮੈਨੇਜ ਕਰਨਾ, ਤਾਂ ਉਹ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦੇ ਨੇ ਐਵੇਂ ਚੱਲ। ਮੇਰੇ ਖਿਆਲ ਵਿੱਚ ਮੈਂ ਮਾਫੀ ਮੰਗਦਾ ਕਹਾਂਗਾ ਵੀ ਹੋ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ, ਕੋਈ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਗੁਰੂ ਗ੍ਰੰਥ ਸਾਹਿਬ ਨਾ ਦੱਸਦੇ ਹੋਣ। ਹਰ ਸਮੱਸਿਆ ਦਾ ਹੱਲ ਹੈ। ਹਾਂ, ਉਹ ਸਮੱਸਿਆ ਨੂੰ ਤੁਸੀਂ ਅੰਡਰਸਟੈਂਡ ਨਹੀਂ ਕਰ ਸਕੇ, ਉਹਨੂੰ ਅਪਲਾਈ ਨਹੀਂ ਕਰ ਸਕੇ, ਉਹਨੂੰ ਸਮਝ ਨਹੀਂ ਸਕੇ, ਜਾਂ ਫਿਰ ਉਹਨੂੰ ਤੁਸੀਂ ਕਿਸੇ 'ਤੇ ਲਾਗੂ ਨਹੀਂ ਕਰ ਸਕੇ, ਡਿਫਰੈਂਟ ਟਾਈਪ ਹੈਗਾ। ਇਹੀ ਹੁੰਦਾ ਨਾ, ਜਿਹੜਾ ਮੈਨੇਜਮੈਂਟ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਬਾਹਰਲੀ ਹੈ ਨਾ, ਆਰਗੇਨਾਈਜੇਸ਼ਨ ਦੀ ਹੋਵੇ, ਭਾਵੇਂ ਸਾਡੇ ਖਾਸ ਕਿਸੇ ਸਮੁਦਾਇ ਦੀ ਹੋਵੇ, ਭਾਵੇਂ ਇੱਕ ਕੰਟਰੀ ਦੀ ਹੋਵੇ, ਮੈਨੇਜ ਹੀ ਹੈ ਇੱਕ ਦੂਜੇ 'ਤੇ। ਪਰ ਗੁਰੂ ਗ੍ਰੰਥ ਸਾਹਿਬ ਦੀ ਮੈਨੇਜਮੈਂਟ ਅਤੇ ਸਾਡੀ ਇਹ ਬਾਹਰਲੀ ਮੈਨੇਜਮੈਂਟ 'ਚ ਬਹੁਤ ਫਰਕ ਹੈ। ਬਸ ਇਹ ਨੁਕਤਾ ਸਮਝਣਾ ਗਾ, ਕਿਉਂਕਿ ਜਿਹੜੀ ਸਾਡੀ ਮੈਨੇਜਮੈਂਟ ਹੁੰਦੀ ਆ ਕਿਸੇ ਵੀ ਚੀਜ਼ ਦੀ, ਉਹ ਕੀ ਸੋਚਦਾ, ਮੈਨੇਜਮੈਂਟ ਹਰੇਕ ਮੈਨੇਜਮੈਂਟ ਕੀ ਸੋਚਦੀ ਆ, ਕਿਵੇਂ ਫਾਇਦਾ ਹੋਣਾ ਚਾਹੀਦਾ, ਸਾਡਾ ਫਾਇਦਾ ਕਿਵੇਂ ਹੋਣਾ ਚਾਹੀਦਾ। ਮੈਨੇਜਰ ਦਾ ਕੰਮ ਕੀ ਹੁੰਦਾ ਵੀ ਤੂੰ ਪੂਰਾ ਸਹੀ ਤਰੀਕੇ ਨਾਲ ਗੜਬੜ ਨਹੀਂ ਹੋਣੀ ਚਾਹੀਦੀ, ਕੋਈ ਘਾਟ ਵਾਧ ਨਹੀਂ ਹੋਣੀ ਚਾਹੀਦੀ, ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ, ਪੂਰਾ ਮੈਨੇਜ ਕਰ, ਪ੍ਰੋਫਿਟ ਹੋਣਾ ਚਾਹੀਦਾ। ਔਰ ਸਾਡਾ ਜਿਹੜਾ ਨਾ ਅੱਜ ਮਾਫੀ ਚਾਹਾਂਗਾ, ਅੱਜ ਦਾ ਜਿਹੜਾ ਸਮਾਂ ਨਾ, ਅੱਜ ਦਾ ਜਿਹੜੀ ਸਾਡੀ ਨੈਗੇਟਿਵਿਟੀ ਆ ਐਂਡ ਪੋਜ਼ੀਟਿਵਿਟੀ ਆ। ਪੋਜ਼ੀਟਿਵਿਟੀ ਤਾਂ
गाह ही मतलब खत्म ही हो गई। बंदा नैगेटिविटी जी इन्नी कि बढ़ चुकी है। बंदा कहता अगर किसी के डाउन जान नाल किसी के हेठा जान नाल मेरा फायदा होंदा ना, जां इंज सौखा जिहा कहता भी जे किसी के मरण दे नाल मेरा फायदा होंदा तो फिर इहदा मतलब एवें समझ लो भी लो जी इस ओके तू मर मेरा फायदा होना चाहिए। ਇਹਦਾ मतलब की है? ਇਹਦਾ मतलब ये है मैनेजमेंट जी बाहरली है वो ये कहती है। हुण क्या है रूस की असीं गल करते हैं, यूक्रेन की गल करते उस की है की मैनेज करन लग्या होया, की उहदे च की प्रॉफिट है, की उहदा अपना सारा अपने फायदे की गल हो रही है। बस मेरे अकॉर्डिंग मेरे इस तरह होना चाहिए है। ਹੁਣ ਉਹਦੇ ਵਿੱਚ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਵੀ ਉਹਦੇ ਵਿੱਚ ਇੱਕ ਉਹ ਲੋਕ ਨੇ ਜਿਹੜੇ ਇਹ ਨਹੀਂ ਸੋਚ ਰਹੇ ਵੀ ਲੋਕ ਉਜੜ ਰਹੇ ਨੇ, ਭੁੱਖੇ ਮਰ ਰਹੇ ਨੇ, ਬਾਹਰ ਨਿਕਲ ਰਹੇ ਨੇ, ਦੌੜ ਰਹੇ ਨੇ, ਆਪਣਾ ਸ਼ਹਿਰ ਛੱਡ ਰਹੇ, ਦੇਸ਼ ਛੱਡ ਰਹੇ ਨੇ। ਬਿਲ ਪ੍ਰਾਇਮਰੀ ਛੋਟੇ ਬੱਚੇ ਮਤਲਬ ਜਿਹੜੇ ਨੇ ਇੱਕ 14 ਕੁ ਦਿਨ ਦਾ ਬੱਚਾ ਸੀ, ਉਹਨੂੰ ਵੀ ਤੁਸੀਂ ਦੇਖਿਆ ਖਾਲਸਾ ਏਡ ਵਾਲਿਆਂ ਨੇ ਉਹ ਕਿਤੋਂ ਮਿਲਿਆ ਅਤੇ ਉਹਨੂੰ ਉਹਦਾ ਬਾਹਰ ਲੈ ਕੇ ਆਉਂਦਾ, ਕਿਵੇਂ ਉਹਦੀ ਸੰਭਾਲ ਕਰ ਰਹੇ ਨੇ। ਮਤਲਬ ਉਹਨਾਂ ਇੱਕ ਉਹ ਲੋਕ ਨੇ, ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਕੋਈ ਹੋ ਨਹੀਂ, ਉਹ ਜਾ ਕੇ ਉਹਨਾਂ ਦੀ ਸੰਭਾਲ ਕਰ ਰਹੇ, ਉਹਨਾਂ ਨੂੰ ਖਾਣ ਨੂੰ ਦੇ ਰਹੇ। ਇੱਕ ਖਾਣ ਵਾਲਿਆਂ ਦੀ ਬੁਰਕੀ ਖੋਹ ਰਹੇ ਨੇ। ਇਹਦਾ ਮਤਲਬ ਕੀ ਹੈ? ਇਹ ਉਹਨਾਂ ਦੀ ਮੈਨੇਜਮੈਂਟ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਮੈਨੇਜਮੈਂਟ 'ਚ ਬਹੁਤ ਫਰਕ ਆ। ਫਿਰ ਬਾਹਰਲੀ ਮੈਨੇਜਮੈਂਟ ਕੋਈ ਵੀ ਆਰਗੇਨਾਈਜੇਸ਼ਨ ਬਣੀ ਉਹ ਕਹਿੰਦੇ ਨਹੀਂ ਸਾਨੂੰ ਕੀ ਲੈਣ ਦੇਣਾ, ਇਸ ਕੰਪਨੀ ਨੂੰ ਘਾਟਾ ਪਵੇ, ਸਾਡੀ ਮੈਨੇਜਮੈਂਟ ਸਹੀ ਹੋਣੀ ਚਾਹੀਦੀ ਹੈ, ਸਾਡਾ ਸਿਸਟਮ ਸਹੀ ਚੱਲਣਾ ਚਾਹੀਦਾ, ਸਾਡੇ ਮੁਲਕ ਦਾ ਸਹੀ ਚੱਲਣਾ ਚਾਹੀਦਾ, ਦੂਜੇ ਦਾ ਗਰਕ ਜੇ ਜੋ ਮਰਜ਼ੀ ਹੋ ਜੇ। पर गुरु महाराज का जी मैनेजमेंट है पूरे वर्ल्ड पर लागू होंदी है। माफ़ी चाहूँगा पूरे वर्ल्ड पर नहीं पूरी सृष्टि पर लागू होंदी है। ये है गुरु पातशाह के सिद्धांत नूं रोज़ सानू नवे तरीके नाल मैनेज करना सिखाओ। सपोज करो जे खाण की गल आउंदी है, साडे तो अजे तक यही बाबी बहुत जगह पर रौला पैंदा रहिंदा जी मीट खाना चाहिए नहीं खाना चाहिए जी एवें एवें आ इत्थे तक की सोच भी मतलब भी असी इस चीज़ नूं भी ना डिसीजन नहीं लै सकते भी नहीं खाना चाहिए खाना चाहिए। मैं तो इनू इस तरह मैं कदे इस गल ते टॉपिक ते मैं वैसे भी नहीं गल करदा। मैं कहना जे किसी बंदे नूं ना चलो ये तो किस अलग गल है भी जे शूगर की प्रॉब्लम होगी ना सारा महल्ला जे उन्होंने जोर ला ले भी तू गुलाब जामुना खा लो, कहता नहीं मेरे लिए तो जहर है। वो गुलाब जामुना तो कोई वो नहीं, फिर वो भी नहीं खा सकता, वो खा भी नहीं सकता और खांदा भी नहीं। किसी के कहण क्यों नहीं खाता, उन्होंने पता भी ये मेरी बुराई है, ये मेरा नुकसान है। पर जदों असी किते किसी खास चीज़ के उपर लड़ते हैं तो वह मतलब लगता मैं माफ़ी चाहता हाँ भी यदा मतलब कि साड़ी मैनेजमेंट रॉन्ग है। गुरु साहब कहते बाबा जित खादे तन पीड़ी है मन में चले बेकार, दैट इज गल खत्म। बाबा होर खाना खुशी खुआर, बाबा जी कहते होर पहनण खुशी खुआर, होर सौना खुशी खुआर। मान लो 12-1 बजे 2 बजे सौना तो फिर मॉर्निंग कित्थे उठे जाए, मैनेजमेंट की रॉन्ग। तो गुरु पातशाह ने कहा सीगा सहजे जागे सहजे सोवे, ये है मैनेजमेंट। गुरु की ये मैनेजमेंट है, साड़ी मैनेजमेंट हिली हुई है। यही गुरु पातशाह का जिहड़ा सुनेहा है ना साडे सानू जिहड़ा गुरु उपदेश करता है नवे तरीके नाल सानू मैनेज करना सिखाओ, एवें कर पाई। ये है सानू अपने आपे नूं मैनेज करन दा। जे किते ढंग आ जाए गुरबाणी के अकॉर्डिंग तो तुसीं संसार की गल करते हो तो बंदा आपां कहंदे जी घर दे सुणदे नहीं, घर की मैनेजमेंट खराब हुई पई है। क्यों? क्योंकि उसका रीजन ये है क्योंकि साड़ी मैनेजमेंट अपनी है, साड़ी गुरु की सेवा, गुरु अकॉर्डिंग मैनेजमेंट नहीं है। हुण गुरु पातशाह कहते जित खादे खाण दे नाल जे तैनूं प्रॉब्लम है तन पीड़िया जांदा, फिर क्यों होर खाना खुशी खुआर है, एक मैनेजमेंट ही है। होर सौना एवें सुते रहना, महाराज ने फिर आ मैनेजमेंट नहीं कहा भी इहनूं सैट कर। गुरमुख जिहड़े ने वो सहजे जागदे ने सहजे सौंदे ने, उन्होंने इस तरह जीवन है। गुरु पातशाह कहते नहीं इन्हें तो एवें खराब कराया सिस्टम, आपकी मैनेजमेंट है। रैन गवाई सोए कै दिवस गवाया खाए, जे गवा लिया मतलब तेरी मैनेजमेंट रॉन्ग गलत।
ਅੱਜ ਫੁੱਲ ਡੇ ਜੇ ਆਪਾਂ ਦੇਖੀਏ ਵੀ ਅੱਜ ਅਸੀਂ ਮੈਨੇਜ ਕੀ ਕੀਤਾ, ਆਪਦੇ ਮਾइंड ਨਾਲ ਗੱਲ ਕਰਾਂਗੇ ਵੀ ਅੱਜ ਪੂਰੇ ਦਿਲ 'ਚ ਕੀ ਮੈਨੇਜ ਕੀਤਾ ਹੈ, ਕਿਆ ਸਹੀ ਕੀਤਾ ਹੈ। ਕਿ ਆਪਦੇ ਮਨ ਨਾਲ ਅਸੀਂ ਦੇਖਾਂਗੇ ਵੀ ਅੱਜ ਕਿਸੇ ਨਾਲ ਧੱਕਾ ਤਾਂ ਨਹੀਂ ਹੋਇਆ, ਕਿਸੇ ਨੂੰ ਮੈਂ ਮਾੜੇ ਬੋਲ ਤਾਂ ਨਹੀਂ ਬੋਲੇ, ਕਿਸੇ ਦੀ ਨਿੰਦਿਆ ਤਾਂ ਨਹੀਂ ਕੀਤੀ, ਕਿਸੇ ਤੇ ਚੋਰੀ ਤਾਂ ਨਹੀਂ ਕੀਤੀ, ਕਿਸੇ ਦੇ ਨਾਲ ਮੈਂ ਕੋਈ ਕਰਪਸ਼ਨ ਤਾਂ ਨਹੀਂ ਕੀਤੀ। ਇਹ ਜਦੋਂ ਆਪਾਂ ਰਾਉਂਡ ਦੇਖਾਂਗੇ, ਇਹ ਹੈ ਤੁਹਾਡੀ ਮੈਨੇਜਮੈਂਟ ਸਹੀ ਕਰਨੀ, ਇਹਨੂੰ ਸਹੀ ਕਰ। ਅਗਰ ਸਹੀ ਕਰਾਂਗੇ ਫਿਰ ਕੀ ਹੋਏਗਾ, ਫਿਰ ਗੁਰੂ ਵਾਲਾ ਮੈਨੇਜਮੈਂਟ ਲਾਗੂ ਹੋਏਗੀ। ਅਕੋਰਡਿੰਗ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਨੇਜਮੈਂਟ ਤੁਹਾਡੇ 'ਤੇ ਲਾਗੂ ਹੁੰਦੀ ਹੈ। ਨਹੀਂ ਤਾਂ ਅਸੀਂ ਆਪਦੀ ਮੈਨੇਜਮੈਂਟ, ਹੁਣ ਧਿਆਨ ਦਿਓ, ਮੈਂ ਫਿਰ ਉਹੀ ਕਹਿਣਾ ਵੀ ਮੈਨੇਜ ਪਲੱਸ ਮੈਨ ਐਂਡ ਟੀ, ਇਹ ਵੀ ਬੜਾ ਸੌਖਾ ਹੈ। ਤੁਸੀਂ ਕਿਸੇ ਨਾਲ ਤੁਹਾਡਾ ਕੋਈ ਝਗੜਾ ਹੋ ਗਿਆ ਨਾ, ਉਹ ਚਾਹ 'ਤੇ ਬੁਲਾ ਲਓ। ਮੈਨੇਜਮੈਂਟ ਦਾ ਮਤਲਬ ਇਵੇਂ ਕਹਿ ਲਓ ਵੀ ਉਹਨੂੰ ਚਾਹ 'ਤੇ ਬੁਲਾਓ, ਚਾਹ ਬੁਲਾ ਕੇ ਦੋ ਦੀਆਂ ਸੁਣੋ, ਆਪਦੀਆਂ ਸੁਣਾਓ, ਫਿਰ ਮੈਨੇਜ ਹੋ ਜਾਏ ਨਾ। ਕੀ ਮੈਨੇਜਮੈਂਟ ਉਹਦੇ 'ਚ ਨਿਕਲੇਗੀ, ਕੋਈ ਸਮਝ ਪਏਗੀ ਨਾ। ਗੁਰੂ ਬਾਬਾ ਜੀ ਇਹੀ ਚੀਜ਼ ਸਿਖਾ ਰਹੇ ਨੇ। ਜਦੋਂ ਗੁਰੂ ਪਾਤਸ਼ਾਹ ਗੱਲ ਕਰਦੇ ਨੇ, ਉਹ ਤਾਂ ਸਾਰੇ ਸੰਸਾਰ ਦੀ ਗੱਲ ਕਰਦੇ ਨੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ, ਤੇ ਉਹਦੇ ਵਿੱਚ ਰੂਸ ਤੇ ਯੂਕਰੇਨ ਇਕੱਠੇ ਆ ਗਏ ਨਾ। ਫਿਰ ਆਹ ਹੈ ਜਦੋਂ ਸਾਡੀ ਮੈਨੇਜਮੈਂਟ ਬੋਲੇਗੀ ਨਹੀਂ 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 ਸਾਡਾ ਕਿਆ ਬਲੈਂਡ, ਇਹ ਤਾਂ ਸਾਡਾ ਦੁਸ਼ਮਣ ਦੇਸ਼ ਹੈ, ਇਹ ਗਵਾਂਢੀ ਹੋ ਸਕਦਾ ਹੈ ਪਰ ਹੈ ਸਾਡਾ ਦੁਸ਼ਮਣ ਨੇ। ਸਾਡੀ ਮੈਨੇਜਮੈਂਟ ਨੇ ਉੱਥੇ ਲਾਈਨ ਲਾਈ ਹੋਈ ਹੈ, ਨਹੀਂ ਨਹੀਂ ਇਹ ਗਵਾਂਢੀ ਸਾਡੇ ਨਾਲ ਤੇਰੇ ਬਣਦੀ ਨਹੀਂ ਹੈਗੀ, ਸਾਡੀ ਮੈਨੇਜਮੈਂਟ ਹੈ। ਫਿਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮੈਨੇਜਮੈਂਟ ਨੂੰ ਮੰਨਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਹੋ, ਫਿਰ ਤੁਸੀਂ ਕਿਵੇਂ ਕੱਢ ਦੋਗੇ ਇਸ ਪੰਕਤੀ 'ਚੋਂ ਬਾਹਰ ਵੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ, ਮੇਰੇ ਗਵਾਂਢੀ 'ਤੇ ਵੀ ਕਿਰਪਾ ਕਰ ਦੂੰ। ਉਹੀ ਗੱਲ ਮੈਂ ਫਿਰ ਦੁਹਰਾਵਾਂ, ਕਈ ਵਾਰੀ ਕਹਿੰਦੇ ਵੀ ਫਰੀਦਾ ਬੁਰੇ ਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਮੈਨੇਜਮੈਂਟ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੇ। ਅਗਰ ਇਹਨਾਂ ਸਿਧਾਂਤਾਂ ਦੇ ਨਾਲ ਅਸੀਂ ਆਪਦੇ ਆਪ ਨੂੰ ਮੇਨਟੇਨ ਕਰਾਂਗੇ, ਫਿਰ ਜਿੱਥੇ ਮਰਜ਼ੀ ਰਾਜ ਕਰ ਲਓ। ਆਹ ਹੈ ਸਿੱਖੀ ਦਾ ਰਾਜ, ਇਹ ਹੈ ਹਲੀਮੀ ਰਾਜ, ਇਹ ਹੈ ਜਿਹਨੂੰ ਅਸੀਂ ਕਹਿੰਦੇ ਸੀ ਨਾ ਕਿ ਬੇਗਮਪੁਰੇ ਦਾ ਰਾਜ। ਦੂਜੇ ਦੇ ਨਾਲ ਕਿਤੇ ਵੀ ਨਫ਼ਰਤ ਗੁਰੂ ਗ੍ਰੰਥ ਸਾਹਿਬ ਤੋਂ ਸਿਖਾ ਹੀ ਨਹੀਂ ਰਹੇ। ਅਸੀਂ ਰਾਜ ਬੰਦੇ ਦੇ ਮਨ ਤੇ ਹੁੰਦਾ ਹੈ, ਰਾਜ ਮਨ ਤੇ ਹੁੰਦਾ ਹੈ, ਕਿਸੇ ਜਗ੍ਹਾ ਤੇ ਰਾਜ ਨਹੀਂ ਕਰ ਸਕਦਾ ਕੋਈ। ਹਰ ਮਨੁੱਖ ਇਹੀ ਹੈ। ਖੈਰ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਪਾਤਸ਼ਾਹ ਰੋਜ਼ ਸਾਨੂੰ ਕੋਈ ਨਾ ਕੋਈ ਨਵਾਂ ਮੈਨੇਜ ਕਰਨ ਲਈ ਆਪਣੇ ਮਾਈਂਡ ਨੂੰ, ਉਹਨੂੰ ਐਵੇਂ ਸੌਖਾ ਜਿਹਾ ਕਹਿ ਕੇ ਮੈਂ ਅੱਗੇ ਸ਼ਬਦ 'ਤੇ ਆਵਾਂ ਬਈ ਗੁਰੂ ਪਾਤਸ਼ਾਹ ਕਹਿੰਦੇ ਨੇ ਨਾ, ਬੰਦੇ ਖੋਜ ਦਿਲ ਹਰ ਰੋਜ਼, ਮੀਨਸ ਤੂੰ ਆਪਣੇ ਮਨ ਨੂੰ ਮੇਨਟੇਨ ਕਰ, ਜਿੱਤ ਮਨ ਨੂੰ। ਜਿਹੜੀ ਰਾਤ ਅਸੀਂ ਗੱਲ ਕਰੀ, ਮਨ ਜੀਤੇ ਜਗ ਜੀਤ, ਜਗ ਜਿੱਤਣ ਦੇ ਬਰਾਬਰ ਹੈ, ਕਿਉਂਕਿ ਤੂੰ ਮੈਨੇਜ ਨਹੀਂ ਕਰ ਰਿਹਾ ਆਪਦੇ ਅੰਦਰਲੀ ਅਵਸਥਾ ਨੂੰ, ਮੈਨੇਜ ਨਹੀਂ ਕਰ ਰਿਹਾ। ਕੁਝ ਚੇਂਜ ਕਰੋ। ਮੈਂ ਕਈ ਵਾਰੀ ਜ਼ਿਕਰ ਕਰਦਾ ਨੇ, ਚੇਂਜ ਕਰਨਾ ਸੁਭਾਅ ਬਣਾਉਣਾ ਚਾਹੀਦਾ ਹਫ਼ਤੇ ਦੇ ਵਿੱਚ ਕਦੇ ਵੀ, ਕਿਉਂਕਿ ਹਰ ਯੁੱਗ ਦੇ ਵਿੱਚ, ਮਾਫੀ ਚਾਹਾਂਗਾ, ਹਰ ਟਾਈਮ ਦੇ ਵਿੱਚ ਨਾ ਸਮੱਸਿਆਵਾਂ ਇਨ ਸਪਿਰਿਚੁਅਲ ਵੇ ਦੇ ਵਿੱਚ ਸਾਡੀ, ਜਾਂ ਅਸੀਂ ਕਹਿ ਸਕਦੇ ਹਾਂ ਅਧਿਆਤਮਿਕ ਰਸਤੇ ਦੇ ਵਿੱਚ ਡਿਫਰੈਂਟ। ਹੁਣ ਕਬੀਰ ਸਾਹਿਬ ਵੇਲੇ ਤਾਂ ਫੋਨ ਹੈ ਹੀ ਨਹੀਂ ਸੀ, ਬਾਬਾ ਰਵਿਦਾਸ ਜੀ ਵੇਲੇ, ਬਾਬਾ ਨਾਨਕ ਜੀ ਵੇਲੇ ਫੋਨ ਤਾਂ ਨਹੀਂ ਸੀਗੇ, ਪਰ ਅੱਜ ਦੀਆਂ ਫੋਨ ਦੀਆਂ ਸਮੱਸਿਆਵਾਂ ਡਿਫਰੈਂਟ ਨੇ। ਮਾਫੀ ਚਾਹਾਂਗਾ, ਬਹੁਤੀ ਵਾਰੀ ਨਾਮ ਜਪਣ ਦੀ ਪਾਠ ਨਹੀਂ ਬੰਦਾ ਕਰਦਾ ਫੋਨ ਦੇ ਨਾਲ, ਮਤਲਬ ਇਹ ਪਾਠ ਵੀ ਨਹੀਂ ਕਰਨ ਦਿੰਦੇ, ਸਮੱਸਿਆ ਹੀ ਹੈ ਨਾ ਵੀ ਇਹਨੂੰ ਬੰਦ ਕਰੋ ਜੀ, ਇਹ ਪਾਠ ਹੀ ਨਹੀਂ ਕਰਨ ਦਿੰਦਾ ਗਾ। ਜਾਂ ਚਲੋ ਨਹੀਂ ਤੁਸੀਂ ਕੋਈ ਫੇਸਬੁੱਕ ਜਾਂ ਕੁਛ ਹੋਰ ਨਹੀਂ ਚਲਾਉਂਦੇ ਤਾਂ ਸਪੋਜ਼ ਕਰੋ ਉਹੀ ਕਿਸੇ ਦਾ ਫੋਨ ਵੱਜੀ ਜਾਂਦਾ, ਪਾਠ ਕਰਨ ਲੱਗੇ, ਲਓ ਜੀ ਬੰਦ ਕਰ ਦਿਓ ਜੀ ਫੋਨ, ਗੁਟਕਾ ਬੰਦ ਕੀਤਾ, ਫੋਨ ਲਾ ਲਿਆ, ਘੰਟੇ 2 ਘੰਟੇ ਲੰਘ ਗਿਆ, ਪਾਠ ਹੋ ਗਿਆ। ਇਹ ਉਸ ਵਕਤ ਸਮੱਸਿਆ ਨਹੀਂ ਸੀ, ਪਰ ਅੱਜ ਹੈਗੀਆਂ, ਡਿਫਰੈਂਟ ਨੇ। ਪਰ ਇਹਦੇ 'ਤੇ ਕੀ ਸੀ, ਇਹਦੇ 'ਤੇ ਸੀ ਸੰਜਮ, ਇਹਦੇ 'ਤੇ ਸੀ ਮਨ ਦੀ ਤੇਰੀ ਮੈਨੇਜਮੈਂਟ ਹੋਣੀ ਚਾਹੀਦੀ ਵੀ ਇਹਨੂੰ ਮੈਂ ਕਿਵੇਂ ਹੈਂਡਲ ਕਰਨਾ। ਉਸ ਵਕਤ ਵੀ ਐਂ ਸੀ, ਅੱਜ ਵੀ ਐਂ ਸੀ। ਅੱਜ ਦੀਆਂ ਸਮੱਸਿਆ ਹੋਰ ਨੇ, ਅੱਜ ਉਦੋਂ ਦੀ ਹੋਰ ਸੀ। ਉਦੋਂ ਸਾਰੇ ਲੋਕ ਤੀਰਥਾਂ 'ਤੇ ਜਾਂਦੇ ਸੀਗੇ, ਉਦੋਂ ਸਾਰੇ ਲੋਕ ਜੰਗਲਾਂ 'ਚ ਜਾਂਦੇ ਸੀਗੇ, ਉਦੋਂ ਸਾਰੇ ਐ ਭਰਮਣ ਕਰਦੇ ਸੀਗੇ। ਮਤਲਬ ਅੱਜ ਤਾਂ ਕੋਈ ਜਾਂਦਾ ਨਹੀਂ ਜੰਗਲ 'ਚ, ਅੱਜ ਵੀ ਜੰਗਲ 'ਚ ਨਹੀਂ ਜਾਂਦਾ। ਉਦੋਂ ਘਰ ਛੱਡ ਕੇ ਜੰਗਲ ਜਾਂਦਾ ਸੀ, ਹੁਣ ਇਹਨਾਂ ਮਨੁੱਖ ਇੰਨਾ ਕੁ ਜ਼ਿਆਦਾ ਉਹ ਹੋਇਆ ਪਿਆ, ਹੁਣ ਇਹਨੇ ਆਪਣਾ ਘਰ, ਆ ਹਿਰਦਾ ਘਰ ਹੀ ਛੱਡ ਕੇ ਸਾਰੀ ਦਿਹਾੜੀ ਬਾਹਰ ਹੀ ਰਹਿੰਦਾ ਹੈ। ਨਹੀਂ ਤਾਂ ਫਿਰ ਆਹ ਫੋਨ ਹੈਗਾ ਸਾਡੇ ਕੋਲ, ਆ ਗੂਗਲ ਅੰਕਲ ਕਹਿੰਦੇ ਨੇ, ਇਹ ਹੈਗਾ ਸਾਡੇ ਕੋਲ, ਅੰਕਲ ਨਾਲ ਜੁੜਿਆ ਰਹਿੰਦਾ ਸਾਰੀ ਦਿਹਾੜੀ ਮਾਈਂਡ।
मैं बेनती कर रहा भी मैनेज किवें करना। अगर ये मन की तकनीक साडे कोले आ गई फिर की होएगा, फिर चेंज होना। हुण गुरु पातशाह जी कहते श्लोक, भै भंजन अग दुख नास। भै हुंदा डर, भंजना हुंदा डर नूं खत्म करने वाला, दुख ते पाप इन्हां नूं नाश करने वाला। वो कौन है? मनहे आराध हरे, रब जी है। तेरे अंदरले दुख जिहड़े ने, तेरे अंदर जिहड़े पाप ने, ते जिहड़े तेरे अंदर भय है, डर है, वो होर कोई खत्म नहीं कर सकता। कौन खत्म कर सकता? हरि, वाहिगुरू नाम उहदा। भै तो भै का मतलब ना भी डर, सिस्टम भी है। भै का मतलब निज़म भी है, भै का मतलब कानून भी है, भै का मतलब डर भी है। ਅਸੀਂ पढ़ते हैं ना भी भै विच पवन वह सदबाओ, भै विच चले लख दरियाओ, भै विच अगन कढ़े बेगार, भै विच धरती दबी पार, भै विच इंद फिरे सिर पार, भै विच राजा धर्म दवार, भै विच सूरज भै विच चंद, को करोड़ी चलता। इन्नी स्पीड नाल चलते हैं, 1 लाख वर्ग किलोमीटर की स्पीड नाल घूमती है धरती, पर टकराउंदी थोड़ी एक दूजे से किसी से। नहीं तो शाम को ठा बजी जाने ना, क्योंकि डर विच चलते हैं। अपने आप को मेनटेन परमेश्वर ने इन्होंने किया होया भी ये सिस्टम मेरा चलाया हुआ, तुहाडा नहीं चलाया है। ਇਹਦਾ मतलब है भै, एक भै, एक हुंदा डर। भै काहू को देत नह, नह भै मानता। ਜਿਹੜਾ ਇਹ ਭੈ ਆ ਉਹਨੂੰ ਸਾਨੂੰ ਮਹਾਰਾਜ ਕਹਿੰਦੇ ਇਹ ਕੋਈ ਨਹੀਂ ਮੁਕਤ ਕਰ ਸਕਦਾ। ਡਰ ਬੰਦੇ ਚੋਂ ਖਤਮ ਹੋ ਜਾਏ, ਉਹ ਕੌਣ ਕਰ ਸਕਦਾ? ਉਹ ਪਰਮੇਸ਼ਰ ਕਰ ਸਕਦਾ। ਆ ਗੁਰੂ ਗੋਬਿੰਦ ਸਿੰਘ ਪਾਸੇ ਬਾਣੀ ਪੜ੍ਹਦੇ ਸੀ ਚੌਪਈ ਸਾਹਿਬ, ਮਰਨ ਕਾਲ ਕਾ ਤਰਾਸ। ਤਰਾਸ ਕੀ ਹੁੰਦਾ? ਡਰ। ਮਰਨ ਤੋਂ ਨਹੀਂ ਮੈਂ ਡਰਦਾ, ਮੌਤ ਤੋਂ ਨਹੀਂ ਮੈਂ ਡਰਦਾ। ਜੇ ਕਿਤੇ ਮੌਤ ਦਾ ਡਰ ਅੰਦਰ ਆ ਗਿਆ ਨਾ, ਉਹ ਡਰ ਬੜਾ ਖਤਰਨਾਕ ਹੈ। यही होया करोना टाइम की होया सीगा। करोना का डर लोगों को बहुत खत्म किया। बहुत लोग डर नाल मरे ने, करोना नाल घट मरे ने। वो जो जो बंदे अंदर डर होंदा ना, तो की होंदा? जो अंदर डर आ जाए फिर की होंदा गा? इम्यूनिटी डाउन जाती है, घट गई इम्यूनिटी। तो साडे घर च इम्यूनिटी कदे घटनी नहीं देती सी। वो कहते सिर ते आरा चलेगा, 2 फाड़ हो जाएंगे, वो कहते कोई परवाह ही कोई नहीं। इसका मतलब डर कोई नहीं ना हैगा। तो इम्यूनिटी कितने? इम्यूनिटी थोड़ी घटी है उत्थे। आ है जिहड़ा डर जिथे मुक जाता है। किने निवेड़िया है? वो कहते सानू तो गुरु तेग बहादुर ने सिखाया गा भी ना किसी का डर सहना ते ना किसी को डर देना। ये कौन कर सकता? परमेश्वर वाहिगुरू। उस रूल दे विच चलण वाले, भै विच चलण वाले फिर की करते हैं महाराज? भै भंजन अग दुख नास, मने आराध हरे। उन्होंने हमेशा आराध्या कर, जिहड़े तेरे अंदरों पाप नाश कर सकदा, दुख नाश कर सकदा, ते तेरे भै नूं नाश करता है। संत संग जे हृद वसिओ। संत संग दे विच आके जदों ये हिरदे विच बस जांदा ना, संत संग जहरिद वसिओ, जिहदे अंदर ये सच का उपदेश आ जाता। महाराज कहते नानक ते, नानक ते दा मतलब ओह ना भ्रमे। फिर वो नहीं भ्रम दे विच पैंदे, उन्होंने कोई डाउट नहीं हुंदा। एक भ्रम दे अर्थ ना भरमना हुंदा है, घूमना, भरम रहा। एक भरम का अर्थ हुंदा है जिन्हों असीं कहने वहम भरम, भुलेखा। तो वह फिर किसी भी भरम च नहीं रहिंदा, वो इधर उधर वह मन नहीं भड़कता। दोनों अर्थ नहीं। बंदा जो भरम च हुंदा भड़कदा भी तो उदों ही है ना, जो उन्होंने पता ही नहीं हुंदा, हनेरा हो गया, पता ही किते किधर भरमी है, इधर टक्कर मारेगा उधर मारेगा। जो पता ही नहीं रास्ता केड़ा, फिर किते आ रस्ते च वग जे, किते इधर वग जे, घूम ही जाएगा, क्योंकि भरम हुंदा ना, पता नहीं ना हुंदा। साहिब महाराज कहते ये उन्हों का मुक जाता है भरमना। तो पौड़ी भब्बे तो शुरू करते हैं, भब्बा भरम मिटावो अपना। बंदिया तू संसार में आके अपना भरम मिटा, भटकना मिटा ला, आना जाना मिटा ला। एक अर्थ। दूजा अर्थ है भरम, जिहड़ा तेनों भरम पै गया ना, वो की है? अगली पंक्ति क्लीयर कर दी, या संसार सगल है सुपना। ये जिहड़ा संसार है सारा सुपना ही है। तो असीं की मनदे हैं? बोलो सच। तो फिर हो गए ना भरम च। हुण ध्यान फिर उही, मैं उही पंक्ति फिर कहांगा भी जे तां असीं मनदे गुरु ग्रंथ साहिब की मैनेजमेंट,
तो फिर तो असीं कहांगे भी महाराज कहते राम गयो रावण गयो जां को बहु परिवार, कहो नानक थिर कुछ नहीं सुपने ज्यों आ गए ना। गुरु ग्रंथ साहिब की अरेंजमेंट तो यह कहती है भी इत्थे कोई नहीं रहा, सब चले गए। तो इत्थे सुपने दी नहीं आईयां। सुपना मीनज रात को अखां मीचदे आ, दिन भी सुते होइए चाहे, अखां मीचियां हुंदियां ने, देखदे की आ। कहते रात में सुपना देखा, यदा मतलब देखते तो है पर अखां होर ने, सुपना देखने वालियां, ये सुपना होर है। ये अखां खोल के देखते हैं पर इत्थे मन सुता है। जे मन जाग्या होवे फिर संसार नूं सुपना कहंदे नहीं। बाणी ने जो बार बार इन्ने थां ते कहा ये सुपना है, सुपने जो संसार पेखना रहन न को पईया रे। ये संसार सुपने वर्गा है। सुपने दे विच जो मर्जी इकट्ठा कर लो, बोलो जो मर्जी इकट्ठा कर लो, जिथे मर्जी चले जाओ, जिथे मर्जी लड़ी जाओ, जो मर्जी किसी का कतल कर दो, सुपने च कर दो ना। तो जो अख खुलदी है फिर की हुंदा, ओहो तो सुपना ही सी। अच्छा वध दुख उदों हुंदा है भी उधरों बंदा जहाज़ चढ़िया होवे भी मैं अमरीका नूं चलिया, उधरों सुपने की अख खुल जे, ओहो भी उसके सिर तो ला देंदे, घट्टो घट्ट अमरीका देख आउंदे। जां फिर ये होना चाहिए भी सुपने च पैसे इकट्ठे हो जाण खासे भी बल्ले 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 जेब भर गई। तो जो सुपना खुले ओहो जेब च तो कुछ नहीं। असलीयत की है वो खुशी वो दुख भी हुंदा, ये भी ध्यान रखना। सुपने दे विच कई बारी हुंदा साडे कोई मगर पिया आवे ना, असीं साहों साही होने हुंदे आ, जां फिर कोई इस तरह की घटना हो जाए बंदा डर के उठता है। सुपने विच भी डर लगता है, सुपने विच भी खुशी मनाई जाती है, सुपने विच भी बहुत कुछ मिलता है। एक बाबा रविदास जी का शब्द कई बार पढ़ते हो ना, वो कहते माधवे क्या कहिए भ्रम ऐसा, ये भ्रम की गल करते हैं। जैसा मानीए होए ना तैसा, कहते जिवें असीं मनदे उहो जिहा नहीं हुंदा। फिर उन्हें एग्जाम्पल दित्तियां तीन। पहली एग्जाम्पल वो कहते हैं, कहते नरपत एक सिंघासन सोया, नरपत किहनूं कहते हैं राजा, नरपत एक सिंघासन सोया सुपने पिया भिखारी। तख्त ते बैठे बैठे नूं नींद आ गई, जो तख्त ते बैठे बैठे नींद आ गई तो आ गया सुपना, सुपने च की बन गया भिखारी बन गया। फिर भिखारी बन के मंगदा फिरदा है, कुछ खाण नूं नहीं मिलता, बड़ा दुखी हुंदा सुपने च ही, कुछ नहीं मिलता, राज खुस गया, मैं तो राजा सी मैं तो कंगाल हो गया, रोटी नहीं दे रहे लोग, भुखा पाना, बड़ा तड़फदा है। तो फिर बड़ा दुख लगता ना। तो जो अख खुल जाती है किते की वेखदा मैं तो तख्त ते बैठा तो सारे मेरे आए बैठे ने इस तरह राज दे विच, ओहो हो ये तो मैं तो राजा ही सी। पर सुपना जो चल रहा सी ना उदों दुखी तो होया ना, बड़िया चीकां मारियां। एवें ही कहंदे साडी हालत है, सुपने पिया भिखारी अछत राज, चंगा भला राज हैगा, विछरत दुख पाया, राज विछर गया सुपने दे विच ही, बड़ा दुखी होया, सो गत भई उही हालत साडी है। हुण की हो रहा, सुपना चल रहा तो कितना कुछ इकट्ठा करी जाने, कितना कुछ नाल बड़ा कुछ इकट्ठा किया है। तो जिद्दे अख खुलनी है तो उहदे नाल नहीं जाना, सारा कुछ सुपने दी देना। जिवें सुपना दी अख खुलदी है तो उदी छड्डिया उहने ना जिथे पिया हुंदा, तो उवें इत्थे छड्ड के तुर जाना। बाणी ने ताही कहा जागो जागो, बोलो जागो जागो सुत्यो। असीं तो सारे जागते बैठे हैं, गुरबाणी कहती है जागो, इहदा मतलब जिहड़ी गुरु ग्रंथ साहिब की मैनेजमेंट आ उवें असीं जागे नहीं होए, उवें नहीं असीं जागे, असीं आम जागदे हांगे। जिवें सुपने च भी तो भज्जे फिरदे आ, सुपने भी तो खाई जाने आ, वो भी उदों किहड़ा सच्ची खाने हुंदे, सुपने च खाने हुंदे, उवें ही होना। बाणी ने इन्हां दोनों सुपने का जिक्र किया। साहब कहते यह संसार सगल है सुपना, तू सच मानी बैठा इनू। बाबा रविदास जी कहते ये जग महाराज कहते तैं सच कर जाना, ये जग नूं तू सच बने बैठा। सच ये सच नहीं हैगा, ये तो सुपना है। जो सुपने जो अख खुल जानी है, इस करके बाणी दे नाल पहला जाग गया बंदा, वो कहता इत्थे तो कुछ भी नहीं हैगा, सब कुछ खाली है। वो जाग गया ना तां कहण लगदा है। भगत क्यों कहते ने संसार की नासवान है, गुरु क्यों कहते हैं क्योंकि वो जागे हुए ने। जेड़े जाग जाते हैं वो कहते नहीं नहीं आनंदपुर भी कुछ नहीं हैगा, छड्डता। जेड़े जाग जाते हैं, जेड़े नहीं जागते वो निकी निकी गल ते भी दुखी हो रहे, क्योंकि जागे नहीं ना, सुपने च इकट्ठा हो रहा सारा कुछ। खैर वो कहते भरम है,
जिस दा ये भरम मिट गया, भब्बा भरम मिटावो अपना, ये गल दा भरम मिटा लो कि ये आ संसार सगल है सुपना। ये संसार सुपना ही है भाई। तो होया कि अगे कहते देखो हुण एग्जाम्पल वो सैट कीतियां ने गुरु अर्जन पातशाह। कहते भरमे कौन कौन भरम च सी, कौन कौन भरमे ने, सुर नर देवी देवा। सुर देवते, नर मनुख, देवी देवता सब सब भरम च सी। मैं जो पढ़ रहा सी मैं तो हैरान हो गया। ਐਵੇਂ नहीं गुरबाणी किसी गल ते सानू समझाਉਂਦੀ। सानू असी कहने असी उस चीज़ नूं मनदे ते गुरु पातशाह सानू देवता बनाउंदे ने। ये देवता जिहड़ा शब्द है ना इहनूं मनना पैना। हुण तुसीं पंक्ति पढ़ो गुरु अमरदास जी, वो कहंदे सुर नर मुन जन अमृत खोज दे। ਇਹਦਾ मतलब ਲੱਭ ਰਹੇ ਸੀ ਉਹ ਵੀ ਭਰਮ ਰਹੇ ਸੀਗੇ, ਉਹਨਾਂ ਨੂੰ ਮਿਲਿਆ नहीं। मैं तो आपदे कोल तो नहीं मैं कुछ कह रहा, गुरु अमरदास की बाणी है। इस पंक्ति के अकॉर्डिंग सुर नर मुन जन अमृत खोजदे ने सारे, मिलिया नहीं है। तो जी मिलिया कित्थों मिलिया? सो अमृत गुर ते पाया, सो अमृत गुर ते पाया, सो सो अमृत गुर ते पाया, सो अमृत गुर ते पाया, सो ते अमृत केड़ा? ये तो गुरु अमरदास जी ने कहा। तो असीं सोच लिया भी जिहड़ा अमृत छक लिया वो पौहल है खंडे दी। ये अमृत की आ जिहड़ा गुरु ग्रंथ साहब का सिस्टम है, नाम उपदेश सिक्ख्या, वो रस्ता, वो रस्ते चलना। संसार की है? ये बिख है। नाम की है? अमृत है। बिखे बन फीका त्यागरी सखिए, नाम महारस पियो। ये है गुरु का उपदेश अमृत, नाम अमृत। गुरु पातशाह कहते ये भरम दे विच सी, सारे भरम च पए हुए सीगे क्योंकि मिलिया नहीं ना गा। अगे कहते भरमे सुर नर देवी देवा, भरमे सिद्ध साधक ब्रह्मेवा। भरमे वो भी भरम च सी, सिद्ध जोगी साधक साधना करने वाले, ब्रह्मेवा इत्थे तक कह दिता ब्रह्मदेवा। ब्रह्मदेवा कहते ब्रह्म नूं कहते, ब्रह्मा नूं कहते, वो भी भरम विच सी। क्यों भरम सीगा? जो हिस्टरी पढ़ो ना जीवन दी, उन्हां दी जीवन जाच पढ़ो भी जीवन च की होया, भरम च सीगा। मैं एक होर पंक्ति नाल पढ़ दिना। वो कहते भरमे सिद्ध साधक ब्रह्मेवा, भरमे भरम मनुख डहकावे, दूतर महा बिखम ए माए। ये सारे भरम विच सी। देखो मैं एक होर बेनती करदा, जे देवी देवतां दी गल करदे कहंदे ना एक युद्ध होया। मैं एक छोटी जी एग्जाम्पल दे रहा। युद्ध होया, ये कहंदे जी उस तो पहला की होया, समुद्र नूं रिड़किया गया। बाणी दे विच भी कई एग्जाम्पलां ने, हुण समा नहीं मेरे को 4 मिनट ने बाकी। वो समुद्र रिड़किया, तो जो समुद्र रिड़किया तो उहदे विचों बड़ा कुछ निकले। ऐं कहंदे ने 14 रत्न निकले। तो जिथे रौला पिया वो की सीगा? अमृत। ध्यान दिओ, जे छोटी जी गल नूं भी समझण वास्ते आ, कहंदे ओह जदों रिड़क रहे सी ना, एक पासे कौन लगे हुए सी? राक्षस, ते एक पासे इत्थे इत्थे खड़ जाओ। इहदा मतलब अमृत तो पहला वो देवते ने, ते अमृत तो पहला वो राक्षस ने। अमृत अजे मिलिया नहीं। वो तो देवते तो पहले ही सीगे। इहदा मतलब उन्होंने अमृत नहीं सी मिलिया, ते भरम दे विच सी ना। अमृत पी के देवते नहीं बने, माफ़ी चाहांगा। फिर ये जा ये गल मनो भी पहला सारे राक्षस सीगे, जिहड़े पी गए वो देवते बन गए, जिहड़े रह गए। एवें होऊगा ना? इस गल च कहोगे भी अमृत नूं रिड़क, समुद्र रिड़क रहे सी, एक पासे देवते लगे सी, एक पासे जां फिर यह भी जिहड़े देवते सी भी अमृत पीण तो बाद अमर हुंदे ने, पहला हुंदे ही नहीं। एवें हो सकदा ना? बाणी कहती है अमृत पी अमृत गहनिया गुर अमर कराया। गुरु ने अमर करा दिता। अमर करना कदे नाश नहीं होंदे,
ਉਹਨਾਂ ਦੀ ਆਤਮਿਕ ਮੌਤ ਕਦੇ ਹੁੰਦੀ ਹੀ ਨਹੀਂ, ਫਿਰ ਅਮਰ ਹੋ ਜਾਂਦੀ ਉਹ। ਤਾਂ ਇਹਦਾ ਮਤਲਬ ਉਦੋਂ ਉਹਨਾਂ ਕੋਲੇ ਅੰਮ੍ਰਿਤ ਨਹੀਂ ਸੀ, ਤਾਂ ਅੰਮ੍ਰਿਤ ਖਾਤਰ ਵੀ, ਅੰਮ੍ਰਿਤ ਪੀਣ ਖਾਤਰ ਵੀ ਕਰਪਸ਼ਨ ਹੋਈ ਕਿ ਨਹੀਂ? ਤੇ ਇਹ ਭਰਮ ਵਿੱਚ ਨਹੀਂ ਫਿਰ ਸਾਰੇ। ਇੱਕ ਹੋਰ ਸ਼ਬਦ ਕਹਾਂ, ਉਹ ਬਾਬਾ ਕਬੀਰ ਸਾਹਿਬ ਦਾ, ਉਹ ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ, ਸੰਤ ਸੰਗ ਰਾਮ ਹਿਰਦੇ ਵਸਾਈ। ਇਹ ਸਭ ਭਰਮ ਦੇ ਵਿੱਚ ਸੀ। ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਕਵਲਾਪਤ ਕਵਲਾ ਨਹੀਂ ਜਾਨਾ। ਸਾਰਿਆਂ ਦਾ ਕਵਲਾਪਤ ਕੌਣ ਹੈ? ਬ੍ਰਹਮਾ। ਕਹਿਣ ਦਾ ਮਤਲਬ ਮਹਾਰਾਜ ਕਹਿੰਦੇ ਉਹ ਸਭ ਭਰਮ ਵਿੱਚ ਸੀ। ਕਬੀਰ ਸਾਹਿਬ ਕਹਿੰਦੇ, ਕਹਿ ਕਬੀਰ ਸੋ ਭਰਮੇ ਨਾਹੀ, ਪੱਗ ਲਗ ਰਾਮ ਰਹੇ ਸ਼ਰਨਾਹੀ। ਜਿਨ੍ਹਾਂ ਨੇ ਰੱਬ ਦੀ ਸ਼ਰਨ ਵਿੱਚ ਰਹੇ, ਜਿਹੜੇ ਰੱਬ ਦੇ ਸਿਸਟਮ ਵਿੱਚ ਰਹੇ, ਜਿਹੜੇ ਰੱਬ ਨੂੰ ਮੰਨਣ ਵਾਲੇ ਸੀਗੇ, ਜਿਨ੍ਹਾਂ ਨੇ ਰੱਬ ਦੀ ਸੋਚ ਤੇ ਪਹਿਰਾ ਦਿੱਤਾ ਹੈ, ਜਿਨ੍ਹਾਂ ਨੇ ਰੱਬ ਦੇ ਸਿਸਟਮ ਨੂੰ ਮੰਨਿਆ ਹੈ, ਉਹ ਭਰਮ 'ਚ ਨਹੀਂ ਹੈਗੇ। ਜਿਨ੍ਹਾਂ ਨੇ ਆਪਦੀ ਚਲਾਈ, ਫਿਰ ਭਾਵੇਂ ਅੰਮ੍ਰਿਤ ਵਾਸਤੇ ਵੀ ਲੜਾਈ ਕੀਤੀ, ਐਵੇਂ ਹੈ ਨਾ, ਭਰਮ ਵਿੱਚ ਸੀ। ਫਿਰ ਤਾਂ ਗੁਰੂ ਸਾਨੂੰ ਕੀ ਬਣਾ, ਤਾਂ ਹੀ ਤਾਂ ਇਹੀ ਤਾਂ ਹੈ, ਉਹ ਤਾਂ ਸਾਡੀ ਅਵਸਥਾ ਚੇਂਜ ਕਰ ਰਿਹਾ। ਮੈਂ ਕਈ ਵਾਰੀ ਜ਼ਿਕਰ ਕਰਦਾ, ਅਸੀਂ ਦੇਵਤਿਆਂ ਨੂੰ ਮੰਨਣ ਵਾਲੇ ਬਣਨਾ ਕਿ ਦੇਵਤੇ ਬਣਨਾ? ਬੋਲੋ। ਬਲਿਹਾਰੀ ਗੁਰ ਦਿਹਾੜੀ, ਜਿਨ ਮਾਨਸ ਤੇ ਦੇਵਤੇ। ਇਹ ਤਾਂ ਦੇਵਤੇ ਬਣਾਉਂਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਇਹ ਭਰਮ 'ਚ ਨੇ ਸਾਰੇ ਭਾਈ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬਨ ਮੇਵਾ। ਭਰਮ ਦੇ ਮੰਮੇ ਨੂੰ ਸਿਹਾਰੀ ਹੈ। ਭਰਮ ਕੇ ਮਹਨੁੱਖ ਡਹਿਕਾਏ ਦੇ ਵਿੱਚ ਧੋਖਾ ਖਾਧਾ ਬੰਦੇ ਨੇ। ਇਸ ਕਰਕੇ ਸੰਸਾਰ ਨੂੰ ਭਰਮ ਨੂੰ ਸੱਚ ਜਾਣ ਕੇ ਭਰਮ ਰਿਹਾ। ਇਹ ਦੋ ਭਰਮ ਵਰਤੇ ਨੇ, ਇੱਕ ਭਰਮ ਭੁਲੇਖਾ, ਇੱਕ ਭਰਮ ਭਰਮਣਾ। ਆ ਗਏ, ਜਨਮ ਲਿਆ, ਫਿਰ ਜ਼ਿੰਦਗੀ ਉਵੇਂ ਭਰਮ 'ਚ ਬਤੀਤ ਕੀਤੀ, ਫਿਰ ਚਲੇ ਗਏ, ਕਿਉਂਕਿ ਗੁਰੂ ਤੋਂ ਬਿਨਾਂ ਐਵੇਂ ਭਰਮ ਗਿਆ ਸੀ। ਆਵਾਗਮਨ ਮੜਿਆ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਕਿਉਂ ਬਣਿਆ? ਕਿਉਂਕਿ ਭਰਮ ਆਏ ਆ। ਜਿਹੜੇ ਪਰਸੋਂ ਉੱਥੇ ਸ਼ਾਇਦ ਮੈਂ ਗੱਲ ਕਰ ਰਿਹਾ ਸੀ, ਹਉ ਆਇਆ ਦੂਰੋਂ, ਇਹ ਸੀ ਭਰਮਣਾ। ਕਿਉਂ ਭਰਮੇ? ਕਿਉਂਕਿ ਭੁਲੇਖਾ ਸੀ। ਮੈਂ ਤੁਹਾਨੂੰ ਕੁਛ ਔਖੀ ਜਿਹੀ ਐਗਜ਼ਾਮਪਲ ਦੇਣਾ, ਗੱਲ ਸਮਝ ਆ ਜਾਏਗੀ। ਵੀ ਜਦੋਂ ਮੈਂ ਨਵਾਂ ਆਇਆ ਨਾ ਮੰਡੀ ਦੇ ਵਿੱਚ, ਅਤੇ ਜੇ ਮੈਂ ਕਿਤੇ ਇੱਧਰ ਚਲੇ ਜਾਣਾ, ਜਿਹੜਾ ਭਗਤ ਸਿੰਘ ਚੌਂਕ ਆ, ਉਹਦੇ 7-8 ਰਸਤੇ ਜੇ ਨੇ ਮੇਰੇ ਖਿਆਲ। ਉਹ ਆਏ ਵਾਰੀ ਕਦੇ ਇੱਧਰ ਜਾ ਵੜਨਾ, ਕਦੇ ਇੱਧਰ ਜਾ ਵੜਨਾ, ਆਏ ਵਾਰੀ ਭੁੱਲ ਜਾਂਦਾ ਸੀ। ਕਿਉਂ? ਕਿਉਂਕਿ ਪਤਾ ਨਹੀਂ ਸੀ, ਭਰਮ ਸੀ ਮੈਨੂੰ। ਜੇ ਭਰਮ ਨਹੀਂ ਤਾਂ ਰਸਤਾ ਵੀ ਬੰਦਾ ਭਰਮੇਗਾ, ਭੁਲੇਖੇ 'ਚ ਕਿਹੜੇ ਕੱਢੀ ਜਾਏਗਾ, ਫਿਰ ਭਾਵੇਂ ਕੋਲ ਹੀ ਫਿਰੀ ਜਾਂਦਾ ਹੋਵੇ। ਕਿਉਂ? ਉਹਦਾ ਰੀਜ਼ਨ ਕੀ ਹੈ? ਇਹ ਹੈ, ਜਦ ਤੱਕ ਤੇਰੇ ਕੋਲ ਗੁਰੂ ਵਾਲਾ ਗਿਆਨ ਨਹੀਂ ਹੈਗਾ, ਤੇਰਾ ਭਰਮਣਾ ਵੀ ਹੈ, ਅਗਿਆਨਤਾ ਵੀ ਹੈ, ਅਤੇ ਨਾਲ ਭਰਮਣਾ ਵੀ ਹੈ, ਭੜਕਣਾ ਵੀ ਹੈ। ਭਟਕੇ ਤਾਂ ਉਹੀ ਭਟਕੂਗਾ ਬੰਦਾ ਜਿਹਦੇ ਕੋਲ ਗਿਆਨ ਨਹੀਂ, ਜਿਹਨੂੰ ਪਤਾ ਹੀ ਨਹੀਂ। ਉਹ ਕਹਿੰਦੇ ਜੀ ਘਰ ਦੇ ਕੋਲ ਹੀ ਤਾਂ ਫਿਰੀ ਜਾਂਦੇ ਸੀ, ਪਤਾ ਹੀ ਨਹੀਂ ਸੀਗਾ। ਤਾਂ ਹੀ ਸਾਹਿਬ ਮਹਾਰਾਜ ਲਾਸਟ ਪੰਕਤੀਆਂ ਵਿੱਚ ਕਹਿੰਦੇ, ਦੂਤਰ ਮਹਾ ਬਿਖਮ ਇਹ ਮਾਏ। ਇਹ ਬੜੀ ਮਾਇਆ ਜਿਹੜੀ ਇਹ ਬਿਖਮ ਹੈ, ਇਹ ਦੁੱਤਰ ਹੈ। ਦੁੱਤਰ ਦਾ ਮਤਲਬ ਜਿੱਤ ਤਰਿਆ ਨਹੀਂ ਜਾ ਸਕਦਾ। ਫਿਰ ਤਰੇਗਾ ਕਿਵੇਂ? ਸਾਹਿਬ ਮਹਾਰਾਜ ਕਹਿੰਦੇ, ਗੁਰਮੁਖ ਭਰਮ ਹੁੰਦਾ ਉਹੀ ਭਰਮਣਾ। ਭਰਮ ਭੈ ਡਰ ਮੋਹ ਅਟੈਚਮੈਂਟ ਮਿਟਾਇਆ, ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ। ਜਿਹੜੇ ਗੁਰੂਮੁਖ ਸਿਸਟਮ ਨੂੰ, ਗੁਰੂ ਵਾਲੇ ਸਿਸਟਮ ਨੂੰ ਫੋਲੋ ਕਰਦਾ, ਜਿਹੜਾ ਗੁਰੂ ਦੇ ਅਨੁਸਾਰ ਜੀਵਦਾ ਹੈ, ਅਤੇ ਬਾਬਾ ਜੀ ਕਹਿੰਦੇ ਉਹ ਆਪਣੇ ਭਰਮ ਨੂੰ ਮਿਟਾ ਲੈਂਦੇ ਨੇ, ਆਪਣੇ ਭੈ ਨੂੰ ਵੀ ਮਿਟਾ ਲੈਂਦੇ ਨੇ, ਆਪਣੇ ਮੋਹ ਨੂੰ ਵੀ ਮਿਟਾ ਲੈਂਦੇ ਨੇ। ਨਾਨਕ ਤੇ ਬਹੁਵਚਨ ਹੈ, ਉਹ ਨਾਨਕ ਤੇ ਪਰਮ ਸੁਖ ਪਾਇਆ। ਉਹਨਾਂ ਨੂੰ ਪਰਮ ਸੁੱਖ ਮਿਲਦਾ ਹੈ। ਗੁਰੂ ਸਾਹਿਬ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਅਕੋਰਡਿੰਗ ਜੀਵਨ ਨੂੰ ਮੈਨੇਜ ਕੀਤਾ, ਜਿਨ੍ਹਾਂ ਨੇ ਆਪਣੇ ਅਨੁਸਾਰ ਚਲਾਇਆ, ਆਪਣੀ ਮਨਮਰਜ਼ੀ ਕੀਤੀ, ਆਪਣੇ ਮਨ ਦੇ ਨਾਲ, ਉਹ ਕੀ ਹੈ? ਵੈਸੇ ਸਿੱਧਾ ਹੀ ਸਿਸਟਮ ਆ, ਮਨਮੁਖ। ਜਿਹੜੇ ਗੁਰੂ ਅਨੁਸਾਰ ਚੱਲਦਾ ਹੈ ਉਹ ਗੁਰਮੁਖ। ਉਹਦੀ ਮੈਨੇਜਮੈਂਟ ਇਸ ਤਰ੍ਹਾਂ ਦੀ ਹੈ। ਅਤੇ ਸਾਹਿਬ ਕਹਿੰਦੇ ਇਸ ਕਰਕੇ ਫਿਰ ਉਹ ਸਾਰੇ ਭਰਮ ਦੇ ਵਿੱਚ ਨੇ। ਇਹ ਭਰਮ ਨੂੰ ਮਿਟਾਉਣਾ ਭਾਈ। ਪੱਬਾ ਭਰਮ ਮਿਟਾਵੋ ਆਪਣਾ ਭਰਮ ਮਿਟਾਵੋ। ਗੁਰੂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦਾ ਗੁਰੂ ਨਾਲ ਸਨੇਹ ਹੋ ਜਾਂਦਾ ਹੈ, ਗੁਰੂ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਭਰਮ ਮਿਟ ਜਾਂਦਾ ਹੈ, ਅਤੇ ਉਹ ਪਰਮੇਸ਼ਰ ਦੇ ਨਾਲ ਇਕਮਿਕ ਹੋ ਜਾਂਦੇ ਨੇ, ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਨੇ। ਇੰਨੇ ਕੁ ਬਚਨ ਪ੍ਰਵਾਨ ਕਰਨੇ, ਬਾਕੀ ਵਿਚਾਰ ਕੱਲ੍ਹ ਕਰਾਂਗੇ। ਸਭ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ।